ਦੋਸਤੋ, ਤੁਸੀਂ ਸੁਣ ਰਹੇ ਹੋ ਅੱਧੇ ਅਧੂਰੇ ਨਾਵਲ ਦੀ ਚੌਥੀ ਕਿਸ਼ਤ। ਇਸ ਨਾਵਲ ਨੂੰ ਲਿਖਿਆ ਹੈ ਭੁਪਿੰਦਰ ਸਿੰਘ ਰੈਣਾ ਨੇ। ਤੇ ਆਓ ਸੁਣਦੇ ਹਾਂ ਚੌਥੀ ਕਿਸ਼ਤ। ਗੁਰਸੇਵਕ ਦਾ ਬੇਟਾ ਅਰਸ਼ਪ੍ਰੀਤ ਜਵਾਨ ਹੋ ਗਿਆ ਸੀ। B.Com ਕਰ ਬੈਠਾ ਸੀ। ਬਹੁਤ ਸੋਹਣਾ ਸੁਨੱਖਾ, ਚੰਗੀ ਢੀਲ ਡੌਲ ਵਾਲਾ, ਉੱਚਾ ਲੰਬਾ ਗੱਭਰੂ ਨਿਕਲਿਆ ਸੀ। ਉਸ ਦੇ ਸੁਹੱਪਣ ਕਾਰਨ ਹੀ ਕਈ ਕਾਲਜ ਦੀਆਂ ਕੁੜੀਆਂ ਉਸ ਨਾਲ ਦੋਸਤੀ ਕਰਨ ਨੂੰ ਉਤਸੁਕ ਰਹਿੰਦੀਆਂ, ਪਰ ਉਹ ਸੁਭਾਅ ਦਾ ਬਹੁਤ ਸ਼ਰੀਫ, ਆਗਿਆਕਾਰੀ ਅਤੇ ਫਜ਼ੂਲ ਦੀਆਂ ਦੋਸਤਾਂ ਨਾਲ ਘੱਟ ਯਾਰੀ ਰੱਖਦਾ ਅਤੇ ਆਪਣੇ ਕੰਮ ਨਾਲ ਕੰਮ ਰੱਖਦਾ। ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਅਤੇ ਸਿਆਣਾ ਸੀ। B.Com ਵਿੱਚ ਫਸਟ ਡਿਵੀਜ਼ਨ ਵਿੱਚ ਪਾਸ ਹੋਇਆ ਸੀ। ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦਾ ਸੀ, ਇਸ ਲਈ ਉਸਨੇ ਵਣਜ ਵਪਾਰ ਵਾਲਾ ਹੀ ਵਿਸ਼ਾ ਲਿਆ ਸੀ। ਨਤੀਜੇ ਤੋਂ ਬਾਅਦ ਗੁਰਸੇਵਕ ਨੇ ਅਰਸ਼ਪ੍ਰੀਤ ਨੂੰ ਪੁੱਛਿਆ, ਹੁਣ ਅੱਗੇ ਕੀ ਕਰਨਾ ਹੈ? ਡੈਡੀ, ਮੈਂ ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦਾ ਹਾਂ। ਮੈਂ ਸੋਚਦਾ ਹਾਂ ਤੂੰ M.Com ਕਰ ਲੈਂਦਾ। M.Com ਕਰਕੇ ਕੀ ਕਰਾਂਗਾ? PhD ਕਰ ਲਈ ਅਤੇ ਫਿਰ ਪ੍ਰੋਫੈਸਰ ਲੱਗ ਜਾਵੇਗਾ। ਇੰਨਾ ਲੰਬਾ ਸਫ਼ਰ ਮੇਰੇ ਕੋਲੋਂ ਨਹੀਂ ਹੁੰਦਾ। ਪਹਿਲੇ 2 ਸਾਲ ਲਾ ਕੇ M.Com ਕਰਾਂ, ਫਿਰ M.Phil ਕਰਾਂ, ਫਿਰ PhD ਕਰਾਂ ਅਤੇ ਫਿਰ ਬੱਚਿਆਂ ਨੂੰ ਪੜ੍ਹਾਵਾਂ ਮਾਸਟਰ ਬਣ ਕੇ। ਮਾਸਟਰ ਨਹੀਂ, ਪ੍ਰੋਫੈਸਰ ਬਣ ਕੇ। ਗੱਲ ਤਾਂ ਇੱਕੋ ਹੀ ਹੈ ਡੈਡੀ, ਚਾਹੇ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਓ ਜਾਂ ਕਾਲਜ ਵਿੱਚ, ਹੈ ਤਾਂ ਬੰਦਾ ਮਾਸਟਰ ਹੀ ਨਾ। ਮੈਂ ਸੋਚ ਰੱਖਿਆ ਹੈ ਕਿ ਚਾਰਟਰਡ ਅਕਾਊਂਟੈਂਟ ਬਣਾਂਗਾ। 4 ਸਾਲ ਵਿੱਚ ਇਹ ਕੋਰਸ ਵੀ ਪੂਰਾ ਹੋ ਜਾਵੇਗਾ। ਪਰ ਪੁੱਤਰ, ਕੋਈ ਚੰਗਾ ਚਾਰਟਰਡ ਅਕਾਊਂਟੈਂਟ ਮਿਲਣਾ ਚਾਹੀਦਾ ਹੈ ਜਿਸ ਕੋਲ ਤੂੰ ਇਹ ਕੋਰਸ ਕਰੇ। ਹਾਂ ਡੈਡੀ, ਉਹ ਮੈਂ ਲੱਭ ਲਿਆ ਹੈ। ਉਹ ਕੌਣ ਹੈ? ਅਨਿਲ ਮੇਰਾ ਤਾਂ ਨਾਂ ਸੁਣਿਆ ਜੇ? ਨਾਂ ਤਾਂ ਸੁਣਿਆ ਹੈ। ਮਾਲ ਰੋਡ 'ਤੇ ਕੋਠੀ ਹੈ। ਸ਼ਹਿਰ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਚਾਰਟਰਡ ਅਕਾਊਂਟੈਂਟ ਹੈ। ਉਹ ਤੈਨੂੰ ਆਪਣੇ ਨਾਲ ਰੱਖ ਲਵੇਗਾ? ਹਾਂ ਡੈਡੀ, ਉਸ ਦੀ ਬੇਟੀ ਦੀਪਤੀ ਮੇਰੀ ਦੋਸਤ ਹੈ ਅਤੇ ਮੇਰੇ ਨਾਲ ਹੀ ਕਾਲਜ ਵਿੱਚ ਪੜ੍ਹਦੀ ਹੈ। ਅੱਛਾ, ਉਹ ਵੀ ਇਹੋ ਕੋਰਸ ਕਰੇਗੀ? ਨਹੀਂ, ਉਹ LLB ਕਰਨ ਦੀ ਸ਼ੌਕੀਨ ਹੈ। ਉਸ ਨੂੰ ਕਾਨੂੰਨ ਵਿੱਚ ਰੁਚੀ ਹੈ। ਮੇਰਾ ਸਾਹਿਬ ਕੋਲ ਕਦੋਂ ਤੋਂ ਜਾਣਾ ਹੈ? ਕੁਝ ਦਿਨ ਲੱਗ ਜਾਣਗੇ। ਪਹਿਲੇ ਰਜਿਸਟਰ ਕਰਵਾਉਣਾ, ਫਿਰ ਕੁਝ ਉਪਚਾਰਕਤਾਵਾਂ ਅਤੇ ਫਿਰ ਸ਼ੁਰੂ ਹੋ ਜਾਵੇਗਾ। ਵੈਸੇ ਮੈਂ 2-3 ਦਿਨਾਂ ਤੱਕ ਜਾਣਾ ਸ਼ੁਰੂ ਕਰ ਦਿਆਂਗਾ। ਮੰਮਾ ਨਾਲ ਗੱਲ ਹੋ ਗਈ? ਮੰਮਾ ਨਾਲ ਕੀ ਗੱਲ ਕਰਨੀ ਹੈ? ਨਾ ਉਹਨਾਂ ਨੂੰ ਕੋਈ ਸਮਝ ਆਏਗਾ, ਨਾ ਕੋਈ ਸਲਾਹ ਦੇਣ ਜੋਗੇ ਨੇ। ਫਿਰ ਵੀ ਤੇਰੀ ਮਾਂ ਹੈ ਬੇਟਾ। ਓ ਡੈਡੀ, ਤੁਸੀਂ ਸਮਝਾ ਦੇਣਾ ਨਾ। ਮੇਰੀ ਕਿੰਨੀ ਕੁ ਗੱਲ ਸੁਣਦੀ ਹੈ, ਤੂੰ ਤੇ ਜਾਣਦਾ ਹੀ ਹੈ। ਡੈਡੀ, ਅਸੀਂ ਸਭ ਜਾਣਦੇ ਹਾਂ, ਪਰ ਬੋਲਦੇ ਕੁਝ ਨਹੀਂ। ਦੀਦੀ ਤੇ ਫਿਰ ਵੀ ਕਦੀ ਗੱਲ ਕਰਦੇ ਸੀ, ਸਮਝਾਉਂਦੇ ਸੀ, ਪਰ ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ। ਇਹ ਤੇ ਡੈਡੀ ਤੁਹਾਡੀ ਸਹਿਣ ਸ਼ਕਤੀ ਆ, ਜਿਨ੍ਹਾਂ ਨੇ ਇਹੋ ਜਿਹੇ ਮਾਹੌਲ ਵਿੱਚ ਜ਼ਿੰਦਗੀ ਕੱਟੀ। ਮੇਰੇ ਵਰਗਾ ਬੰਦਾ ਤਾਂ ਜ਼ਹਿਰ ਖਾ ਕੇ ਮਰ ਜਾਵੇ। ਬੇਟੇ, ਜਦੋਂ ਪਰਿਵਾਰ ਚਲਾਉਣਾ ਹੋਵੇ, ਬੱਚਿਆਂ ਦੇ ਭਵਿੱਖ ਦੀ ਚਿੰਤਾ ਹੋਵੇ, ਫਿਰ ਇੱਕ ਚੁੱਪ ਵਿੱਚ ਹੀ 100 ਸੁੱਖ ਨੇ। ਅਸੀਂ ਲੋਕ ਥੋੜ੍ਹੇ ਉੱਚ ਵਰਗ ਦੇ ਹਾਂ, ਚੰਗਾ ਖਾਂਦੇ ਪੀਂਦੇ ਹਾਂ, ਸਮਾਜ ਵਿੱਚ ਨਾਂ ਹੈ, ਬਾਰਸੂਖ ਹਾਂ। ਅਗਰ ਸਾਡੇ ਜਿਹੇ ਘਰ ਵਿੱਚ ਇਹੋ ਜਿਹਾ ਵਾਤਾਵਰਨ ਹੈ ਤਾਂ ਸਾਡੇ ਤੋਂ ਜਿਹੜੇ ਥੋੜ੍ਹੇ ਘੱਟ ਤਬਕੇ ਦੇ ਲੋਕ ਹਨ, ਉਹਨਾਂ ਦਾ ਕੀ ਹਾਲ ਹੋਵੇਗਾ? ਡੈਡੀ ਨੇ ਪੁੱਛਿਆ। ਡੈਡੀ ਜੀ, ਹਰ ਤਬਕੇ ਵਿੱਚ ਇਹੋ ਕੁਝ ਹੁੰਦਾ ਹੋਵੇਗਾ। ਜਿਸ ਘਰ ਵਿੱਚ ਵਿਸ਼ਵਾਸ ਦੀ ਘਾਟ ਹੁੰਦੀ ਹੈ, ਇੱਕ ਦੂਜੇ ਨੂੰ ਸਮਝਣ ਦੀ ਸਮਰੱਥਾ ਨਹੀਂ ਹੁੰਦੀ, ਗਲਤ ਫਹਿਮੀ ਬਣੀ ਰਹਿੰਦੀ ਹੈ, ਉੱਥੇ ਇਹੋ ਜਿਹਾ ਹੀ ਹਾਲ ਹੁੰਦਾ ਹੈ। ਮੇਰਾ ਬੇਟਾ ਬਹੁਤ ਸਮਝਦਾਰ ਹੈ, ਸਭ ਸਮਝਦਾ ਹੈ, ਪਰ ਬੇਟੇ, ਵਹਿਮ ਦਾ ਕੋਈ ਇਲਾਜ ਨਹੀਂ। ਜੋ ਕੁਝ ਸਾਡੇ ਘਰ ਵਿੱਚ ਹੁੰਦਾ ਆਇਆ ਹੈ, ਠੀਕ ਨਹੀਂ। ਇਸ ਦਾ ਬੱਚਿਆਂ 'ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਬੱਚੇ ਵੀ ਗਲਤ ਫਹਿਮੀ ਦੇ ਸ਼ਿਕਾਰ ਹੋ ਜਾਂਦੇ ਨੇ, ਮਾਤਾ ਪਿਤਾ ਨਾਲ ਨਫ਼ਰਤ ਕਰਨ ਲੱਗਦੇ ਨੇ, ਜਾਂ ਫਿਰ ਮਾਂ ਜਾਂ ਪਿਓ ਵਰਗੇ ਹੋ ਜਾਂਦੇ ਨੇ, ਆਪਣੇ ਸੰਸਕਾਰ ਭੁੱਲ ਜਾਂਦੇ ਨੇ। ਸਮਾਜ ਵਿੱਚ ਪਰਿਵਾਰ ਦੀ ਇੱਜ਼ਤ ਖਤਮ ਹੋ ਜਾਂਦੀ ਹੈ। ਮੈਂ ਤਾਂ ਖੁਸ਼ਕਿਸਮਤ ਹਾਂ ਕਿ ਤੁਸੀਂ ਮੇਰੇ ਸਮਝਦਾਰ ਬੱਚੇ ਹੋ, ਜਿਸ ਕਰਕੇ ਮੇਰਾ ਰੁਤਬਾ ਕਾਇਮ ਰਿਹਾ ਹੈ। ਹੁਣ ਕੁਝ ਸਮੇਂ ਤੋਂ ਮੰਮੀ ਠੀਕ ਹੀ ਰਹੇ ਹਨ।
ਪਰ ਫਿਰ ਵੀ ਵਿੱਚੋਂ ਵਿੱਚੋਂ ਪੁਰਾਣੀਆਂ ਹਰਕਤਾਂ ਕਰਨ ਲੱਗ ਜਾਂਦੇ ਨੇ। ਕੀ ਕਰ ਸਕਦੇ ਹਾਂ ਬੇਟੇ? ਡੈਡੀ ਤੁਸੀਂ ਵੀ ਤਾਂ ਕੁਝ ਕੀਤਾ ਹੋਏਗਾ ਜਿਸ ਕਾਰਨ ਉਹਨਾਂ ਨੂੰ ਗਲਤਫਹਿਮੀ ਹੈ, ਅਰਸ਼ ਨੇ ਪੁੱਛਿਆ। ਮੈਂ ਜੀਵਨ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਕੀਤਾ। ਮੈਂ ਆਪਣੇ ਸਭ ਰਿਸ਼ਤੇਦਾਰਾਂ ਦੀ ਇੱਜ਼ਤ ਕਰਦਾ ਹਾਂ। ਮੈਨੂੰ ਮਾਨ ਸਨਮਾਨ ਦਿੰਦੇ ਹਨ, ਖੁੱਲ੍ਹ ਕੇ ਮਿਲਦੇ ਹਨ। ਮੇਰੀਆਂ ਉਹ ਧੀਆਂ ਨੇ, ਭੈਣਾਂ ਨੇ ਤੇ ਭਰਜਾਈਆਂ ਨੇ। ਉਹਨਾਂ ਨਾਲ ਮਿਲਣਾ ਗਿਲਣਾ ਤੇਰੀ ਮੰਮੀ ਨੂੰ ਪਸੰਦ ਨਹੀਂ। ਬਸ ਉਹੀ ਗਲਤਫਹਿਮੀ ਦਾ ਕਾਰਨ ਹੈ। ਤੁਸੀਂ ਵੀ ਵੱਡੇ ਹੋ, ਕੀ ਤੁਸੀਂ ਕਦੀ ਕੋਈ ਇਹੋ ਜਿਹੇ ਮੇਲ ਜੋਲ ਨੂੰ ਬੁਰਾ ਸਮਝਿਆ ਹੈ? ਨਹੀਂ ਡੈਡੀ ਜੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਬਸ ਅਗਰ ਉਹ ਇਹ ਸਮਝ ਜਾਵੇ ਤਾਂ ਕੋਈ ਝਗੜਾ ਹੀ ਨਹੀਂ। ਕੋਈ ਗੱਲ ਨਹੀਂ ਡੈਡੀ ਜੀ, ਮੈਂ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਅਗਰ ਸਮਝ ਜਾਣ ਤਾਂ। ਅੱਛਾ ਤੁਸੀਂ ਬੈਠੋ, ਮੈਂ ਕਾਲਜ ਜਾਣਾ ਹੈ, ਸਰਟੀਫਿਕੇਟ ਲਿਆਉਣਾ ਹੈ, ਕਹਿ ਕੇ ਅਰਸ਼ਪ੍ਰੀਤ ਬਾਹਰ ਨਿਕਲ ਗਿਆ। ਅਸਲ ਵਿੱਚ ਅਰਸ਼ਪ੍ਰੀਤ ਦੀਪਤੀ ਨੂੰ ਚਾਹੁੰਦਾ ਸੀ। ਦੀਪਤੀ ਵੀ ਉਸ ਨੂੰ ਚਾਹੁੰਦੀ ਸੀ। ਕਾਲਜ ਵਿੱਚ ਇਕੱਠੇ ਪੜ੍ਹਦੇ ਸਨ। ਉਸਨੇ ਬੀਕਾਮ ਕੀਤਾ ਸੀ। ਉਸਦੇ ਪਿਤਾ ਅਨਿਲ ਮਹਿਰਾ ਚਾਹੁੰਦੇ ਸਨ ਕਿ ਉਹ ਵੀ ਚਾਰਟਰਡ ਅਕਾਊਂਟੈਂਟ ਬਣੇ ਤੇ ਪਿਤਾ ਦੇ ਪੇਸ਼ੇ ਨੂੰ ਅੱਗੇ ਚਲਾਏ। ਅਨਿਲ ਮਹਿਰਾ ਕਾਰੋਬਾਰੀ ਤਬਕੇ ਵਿੱਚ ਇੱਕ ਨਾਂ ਸੀ ਤੇ ਵੱਡੇ ਵੱਡੇ ਕਾਰੋਬਾਰੀ ਤੇ ਕਾਰਖਾਨੇ ਵਾਲੇ ਉਸਦੇ ਗਾਹਕ ਸਨ। ਕਾਫੀ ਸਾਰੇ ਸਹਾਇਕ ਤੇ ਮੁਲਾਜ਼ਮ ਉਸਦੇ ਦਫ਼ਤਰ ਵਿੱਚ ਕੰਮ ਕਰਦੇ ਸਨ। ਬਹੁਤ ਸਾਰੇ ਨਵੇਂ ਬੱਚੇ ਜਿਹੜੇ ਪੇਸ਼ੇ ਨੂੰ ਅਖਤਿਆਰ ਕਰਨਾ ਚਾਹੁੰਦੇ ਸਨ, ਉਹਨਾਂ ਕੋਲੋਂ ਟ੍ਰੇਨਿੰਗ ਲੈਂਦੇ ਸਨ। ਅਨਿਲ ਮਹਿਰਾ ਸ਼ੌਕ ਦਿਲ ਸੀ। ਖਾਣਾ ਪੀਣਾ ਤੇ ਪਾਰਟੀਆਂ ਵਿੱਚ ਜਾਣਾ ਉਸਦੇ ਪੇਸ਼ੇ ਦਾ ਇੱਕ ਹਿੱਸਾ ਸੀ। ਉਹਨਾਂ ਪਾਰਟੀਆਂ ਵਿੱਚ ਕਈ ਵੱਡੇ ਵੱਡੇ ਕਾਰੋਬਾਰੀ ਸਮਝੌਤੇ ਹੁੰਦੇ, ਜਾਮ ਛਲਕਦੇ ਤੇ ਆਯਾਸ਼ੀ ਦੇ ਸਾਰੇ ਪ੍ਰਬੰਧ ਹੁੰਦੇ। ਸ਼ਾਮ 7 ਵਜੇ ਤੋਂ ਬਾਅਦ ਮਹਿਰਾ ਸਾਹਿਬ ਕਲੱਬ ਵਿੱਚ ਹੀ ਹੁੰਦੇ ਤੇ ਨਸ਼ੇ ਵਿੱਚ ਧੁੱਤ ਹੋ ਕੇ 11-12 ਵਜੇ ਰਾਤ ਨੂੰ ਘਰ ਪਹੁੰਚਦੇ। ਬੀਵੀ ਬੱਚੇ ਸੌਂਦੇ ਹੁੰਦੇ ਤੇ ਉਹਨਾਂ ਨੂੰ ਨੌਕਰ ਹੀ ਸੰਭਾਲਦਾ, ਕੱਪੜੇ ਬਦਲਦਾ ਤੇ ਸਵਾ ਦਿੰਦਾ। ਸਵੇਰੇ 9 ਵਜੇ ਤੱਕ ਸੁੱਤੇ ਰਹਿੰਦੇ। ਤਦ ਤੱਕ ਉਹਨਾਂ ਦੀ ਬੇਟੀ ਕਾਲਜ ਜਾ ਚੁੱਕੀ ਹੁੰਦੀ ਤੇ ਉਸਦੇ ਕਾਲਜ ਜਾਣ ਤੱਕ ਮਹਿਰਾ ਸਾਹਿਬ ਦੀ ਦਿਨਚਰਿਆ ਨਹੀਂ ਬਦਲੀ। ਅਨਿਲ ਮਹਿਰਾ ਦੀ ਇੱਕੋ ਇੱਕ ਔਲਾਦ ਦੀਪਤੀ ਸੀ। ਪੜ੍ਹਨ ਲਿਖਣ ਵਿੱਚ ਹੁਸ਼ਿਆਰ ਸੀ ਪਰ ਜ਼ਿੱਦੀ ਸੀ। ਜੋ ਸ਼ੈ ਚਾਹੁੰਦੀ ਸੀ ਲੈ ਕੇ ਰਹਿੰਦੀ ਸੀ, ਭਾਵੇਂ ਕੁਝ ਵੀ ਹੋ ਜਾਵੇ। ਕਾਰ ਆਪ ਚਲਾ ਕੇ ਉਸਨੇ ਕਾਲਜ ਜਾਣਾ, ਖੁੱਲ੍ਹੇਆਮ ਪੈਸੇ ਉਜਾੜਨਾ, ਦੋਸਤਾਂ ਤੇ ਸਹੇਲੀਆਂ ਨੂੰ ਖੁਸ਼ ਰੱਖਣਾ ਉਸਦਾ ਸੁਭਾਅ ਸੀ। ਅਰਸ਼ਪ੍ਰੀਤ ਵੀ ਉਸਦਾ ਦੋਸਤ ਸੀ। ਅਰਸ਼ਪ੍ਰੀਤ ਸਮਝਦਾਰ, ਸੂਝਵਾਨ ਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਆਪਣੇ ਡੈਡੀ ਦੀ ਤਰ੍ਹਾਂ ਸ਼ਾਂਤ ਵੀ ਸੀ। ਕਿਸੇ ਵੀ ਕੰਮ ਨੂੰ ਕਰਨ ਲੱਗਦਾ ਬਹੁਤ ਪਾਬੰਦੀ ਨਾਲ ਕਰਦਾ, ਸਮੇਂ ਨਾਲ ਕਰਦਾ। ਉਸਦੀ ਇਸ ਆਦਤ ਤੋਂ ਅਨਿਲ ਮਹਿਰਾ ਜੀ ਵੀ ਬਹੁਤ ਖੁਸ਼ ਸਨ। ਉਹਨਾਂ ਨੂੰ ਵੀ ਉਹ ਬਹੁਤ ਚੰਗਾ ਲੱਗਦਾ ਸੀ। ਕਿਤੇ ਦਿਨ ਵੇਲੇ ਵੀ ਅਗਰ ਉਹਨਾਂ ਨੇ ਬਾਹਰ ਜਾਣਾ ਹੁੰਦਾ ਤਾਂ ਅਰਸ਼ਪ੍ਰੀਤ ਨੂੰ ਹੀ ਕਹਿ ਕੇ ਜਾਂਦੇ, ਬੇਟੇ ਧਿਆਨ ਰੱਖੀ, ਸਾਰੀ ਗੱਲ ਨੋਟ ਕਰਕੇ ਮੈਨੂੰ ਦੱਸੀ। ਠੀਕ ਹੈ ਕਹਿ ਕੇ ਉਹ ਸਿਰ ਹਿਲਾ ਦਿੰਦਾ। ਕਈ ਵਾਰੀ ਦੀਪਤੀ ਵੀ ਪਿਤਾ ਦੇ ਆਫਿਸ ਦਿਨ ਵੇਲੇ ਆ ਜਾਂਦੀ, ਜਦੋਂ ਕਿਤੇ ਉਹ ਪੀਰੀਅਡ ਵਿਹਲਾ ਹੁੰਦਾ ਜਾਂ ਜਲਦੀ ਛੁੱਟੀ ਹੋ ਜਾਂਦੀ। ਵਕਾਲਤ ਦੀ ਪੜ੍ਹਾਈ ਵਿੱਚ ਕੋਈ ਖਾਸ ਗੰਭੀਰ ਵੀ ਨਹੀਂ ਹੁੰਦਾ, ਉਹ ਕਿਸੇ ਨਾ ਕਿਸੇ ਬਹਾਨੇ ਆ ਜਾਂਦੀ। ਪਿਤਾ ਆਪਣੇ ਚੈਂਬਰ ਵਿੱਚ ਵਿਅਸਤ ਹੁੰਦਾ ਤੇ ਉਹ ਆ ਕੇ ਅਰਸ਼ਪ੍ਰੀਤ ਦੇ ਟੇਬਲ ਤੇ ਬੈਠ ਜਾਂਦੀ। ਗੱਪਸ਼ਪ ਕਰਕੇ ਪਿਤਾ ਨੂੰ ਮਿਲਣ ਬਗੈਰ ਚਲੀ ਜਾਂਦੀ। ਕਦੀ ਮਹਿਰਾ ਸਾਹਿਬ ਦੀ ਨਜ਼ਰ ਪੈ ਵੀ ਜਾਂਦੀ ਤਾਂ ਉਹ ਕੁਝ ਨਹੀਂ ਕਹਿੰਦੇ, ਕਿਉਂਕਿ ਉਹਨਾਂ ਨੂੰ ਅਰਸ਼ਪ੍ਰੀਤ ਤੇ ਬਹੁਤ ਭਰੋਸਾ ਤੇ ਵਿਸ਼ਵਾਸ ਸੀ। ਇਵੇਂ ਹੀ ਵਕਤ ਗੁਜ਼ਰ ਗਿਆ। ਅਰਸ਼ਪ੍ਰੀਤ ਸੀਏ ਬਣ ਗਿਆ ਤੇ ਦੀਪਤੀ ਵਕੀਲ ਬਣ ਗਈ। ਅਰਸ਼ਪ੍ਰੀਤ ਨੂੰ ਕੁਝ ਵੱਖਰਾ ਕੰਮ ਆਪਣੇ ਵਾਸਤੇ ਲੱਭਣਾ ਨਹੀਂ ਪਿਆ। ਅਨਿਲ ਮਹਿਰਾ ਨੇ ਉਸ ਨੂੰ ਆਪਣਾ ਸਹਾਇਕ ਬਣਾ ਕੇ ਆਪਣੇ ਨਾਲ ਹੀ ਲਾ ਲਿਆ ਤੇ ਉਹਨਾਂ ਦੇ ਚੱਲਦੇ ਕੰਮ ਵਿੱਚ ਉਹ ਵੀ ਚੱਲ ਪਿਆ। ਕੋਈ ਜੱਦੋਜਹਿਦ ਨਹੀਂ ਕਰਨੀ ਪਈ। ਦੀਪਤੀ ਵਾਸਤੇ ਇੰਨਾ ਆਸਾਨ ਨਹੀਂ ਸੀ, ਭਾਵੇਂ ਮਹਿਰਾ ਸਾਹਿਬ ਦੇ ਵੱਡੇ ਵੱਡੇ ਵਕੀਲ ਦੋਸਤ ਸਨ। ਕਿਸੇ ਨਾਲ ਜੁੜ ਗਈ, ਪਰ ਵਕਾਲਤ ਪੇਸ਼ੇ ਨੂੰ ਕਰਨ ਲਈ ਆਪਣੀ ਕਾਬਲੀਅਤ ਤੇ ਹੁਨਰ ਚਾਹੀਦਾ ਹੁੰਦਾ ਹੈ। ਫਿਰ ਵੱਡੇ ਵਕੀਲ ਤੇ ਆਪਣੇ ਸਹਾਇਕਾਂ ਨੂੰ ਫਾਈਲਾਂ ਚੁੱਕਣ ਤੇ ਹੀ ਰੱਖਦੇ ਹਨ ਤੇ ਕਈ ਸਾਲ ਲੱਗ ਜਾਂਦੇ ਨੇ ਜੱਜ ਸਾਹਿਬ ਸਾਹਮਣੇ ਖਲੋ ਕੇ ਕੁਝ ਬੋਲਣ ਲਈ। ਦੀਪਤੀ ਨੂੰ ਕੋਈ ਚਿੰਤਾ ਵੀ ਨਹੀਂ ਸੀ। ਉਸ ਦਾ ਸੀਨੀਅਰ ਵਕੀਲ ਵਿਚਾਰਾ ਸਕੂਟਰ ਤੇ ਆਉਂਦਾ ਸੀ
ਤੇ ਉਹ ਕਾਰ ਵਿੱਚ ਅਦਾਲਤ ਜਾਂਦੀ ਸੀ। ਕਦੇ ਮਨ ਨਾ ਹੁੰਦਾ ਤਾਂ ਜਾਂਦੀ ਵੀ ਨਹੀਂ, ਸਿਰਫ ਵਕਤ ਟਪਾਉਂਦੀ ਸੀ। ਉਸਨੇ ਕਿਹੜਾ ਇਹ ਪੇਸ਼ਾ ਅਪਣਾਉਣਾ ਸੀ। ਉਹ ਇੰਨਾ ਜਾਣਦੀ ਸੀ ਕਿ ਵਿਆਹ ਪਿੱਛੋਂ ਕੀ ਪਤਾ ਉਹ ਕਦੀ ਅਦਾਲਤ ਆਏਗੀ ਵੀ ਕਿ ਨਹੀਂ। ਜਦੋਂ ਬੇਟੀ ਵਿਆਹੁਣ ਦੀ ਉਮਰ ਦੀ ਹੋ ਜਾਵੇ ਤਾਂ ਹਰ ਪਿਤਾ ਨੂੰ ਚਿੰਤਾ ਹੁੰਦੀ ਹੈ। ਪਰਾਇਆ ਧਨ 'ਚੋਂ ਹੋਈ, ਪਰ ਅਨਿਲ ਮਹਿਰਾ ਵਾਸਤੇ ਉਹ ਪਰਾਇਆ ਧਨ ਹੈ ਹੀ ਨਹੀਂ ਸੀ। ਉਸਨੇ ਜੀਵਨ ਭਰ ਜਿਹੜਾ ਧਨ ਕਮਾਇਆ ਸੀ ਉਸੇ ਦੀ ਧੀ ਦਾ ਤੇ ਸੀ, ਪਰ ਵਰ ਦੀ ਲੋੜ ਸੀ ਜਿਹੜਾ ਬੇਟੀ ਦਾ ਹੱਥ ਫੜੇ ਤੇ 7 ਫੇਰੇ ਲਵੇ। ਇਸ ਚਿੰਤਾ ਨੂੰ ਉਜਾਗਰ ਕਰਦਿਆਂ ਉਸਨੇ ਦੀਪਤੀ ਨੂੰ ਇੱਕ ਦਿਨ ਆਪਣੇ ਦਫ਼ਤਰ ਜਾਣ ਤੋਂ ਪਹਿਲੇ ਪੁੱਛ ਲਿਆ, ਦੀਪਤੀ, ਹੁਣ ਤੇਰੀ ਵਿਆਹ ਕਰਨ ਦੀ ਉਮਰ ਹੋ ਗਈ ਹੈ ਬੇਟੇ? ਹਾਂ ਜੀ, ਮੈਂ ਸੋਚਦਾ ਹਾਂ ਕੋਈ ਚੰਗਾ ਮੁੰਡਾ ਵੇਖ ਕੇ ਤੇਰੇ ਹੱਥ ਪੀਲੇ ਕਰ ਦਈਏ। ਜਿਵੇਂ ਤੁਸੀਂ ਠੀਕ ਸਮਝੋ ਕਰ ਲਵੋ। ਕੋਈ ਲੜਕਾ ਹੈ ਜਿਸ ਨੂੰ ਤੂੰ ਚਾਹੁੰਦੀ ਹੋਵੇਂ? ਹਾਂ ਜੀ, ਮੈਂ ਅਰਸ਼ਪ੍ਰੀਤ ਨੂੰ ਪਸੰਦ ਕਰਦੀ ਹਾਂ। ਅਨਿਲ ਮਹਿਰਾ ਨੂੰ ਜਾਪਿਆ ਜਿਵੇਂ ਦੀਪਤੀ ਨੇ ਉਸਦੇ ਮਨ ਦੀ ਗੱਲ ਕਰ ਦਿੱਤੀ ਹੋਵੇ। ਅਰਸ਼ਪ੍ਰੀਤ ਤੈਨੂੰ ਪਸੰਦ ਹੈ? ਮੈਂ ਉਸ ਨੂੰ ਚਾਹੁੰਦੀ ਹਾਂ, ਉਸ ਨਾਲ ਪਿਆਰ ਕਰਦੀ ਹਾਂ। ਉਹ ਸਿੱਖ ਮੁੰਡਾ? ਕੋਲ ਬੈਠੀ ਉਸਦੀ ਮਾਂ ਬੋਲ ਪਈ। ਹਾਂ ਮਾਮਾ, ਕੀ ਤੂੰ ਸਿੱਖ ਨਾਲ ਵਿਆਹ ਕਰੇਂਗੀ? ਕੀ ਫਰਕ ਪੈਂਦਾ ਭਾਗਵਾਨ ਨੇ? ਮੁੰਡਾ ਸੋਹਣਾ ਸੁਨੱਖਾ ਹੈ, ਮਿਹਨਤੀ ਤੇ ਹੁਸ਼ਿਆਰ ਵੀ ਹੈ, ਸਮਝਦਾਰ ਹੈ, ਫਿਰ ਬਹੁਤ ਚੰਗੇ ਪਰਿਵਾਰ ਦਾ ਹੈ। ਉਸਦੇ ਡੈਡੀ ਵਾਯੂ ਸੈਨਾ ਦੇ ਵੱਡੇ ਅਫਸਰ ਰਹੇ ਹਨ। ਮਹਿਰਾ ਜੀ ਨੇ ਪਤਨੀ ਨੂੰ ਕਿਹਾ। ਪਰ ਮਹਿਰਾ ਸਾਹਿਬ, ਬਰਾਦਰੀ ਵਿੱਚ ਨੱਕ ਵੱਢੀ ਜਾਣੀ ਹੈ। ਕਿਉਂ? ਬਰਾਦਰੀ ਵਾਲੇ ਕੀ ਕਹਿਣਗੇ? ਕੋਈ ਹਿੰਦੂ ਮੁੰਡਾ ਨਹੀਂ ਲੱਭਿਆ? ਦੀਪਤੀ ਦੀ ਮਾਂ ਨੇ ਕਿਹਾ। ਇਹ ਸਵਾਲ ਆਪਣੀ ਬੇਟੀ ਕੋਲੋਂ ਪੁੱਛੋ ਕਿ ਇਸ ਨੂੰ ਕੋਈ ਹਿੰਦੂ ਮੁੰਡਾ ਨਹੀਂ ਲੱਭਿਆ। ਮਹਿਰਾ ਸਾਹਿਬ ਨੇ ਦੀਪਤੀ ਵੱਲ ਵੇਖ ਕੇ ਕਿਹਾ, ਮੰਮਾ, ਉਸ ਜਿਹਾ ਕੋਈ ਨਹੀਂ ਲੱਭਾ। ਉਹ ਬਹੁਤ ਸੋਹਣਾ ਹੈ, ਬਹੁਤ ਚੰਗਾ ਹੈ ਤੇ ਮੈਨੂੰ ਵੀ ਬਹੁਤ ਪਿਆਰ ਕਰਦਾ ਹੈ। ਤੁਸੀਂ ਪਿਓ ਧੀ ਨੇ ਜੋ ਕੁਝ ਕਰਨਾ ਹੈ ਕਰੋ। ਦੀਪਤੀ ਦੀ ਮਾਂ ਕ੍ਰੋਧ ਵਿੱਚ ਉੱਠ ਖੜੀ ਹੋਈ। ਵੇਖੋ ਮੈਡਮ, ਮੁੰਡੇ ਬਹੁਤ ਮਿਲ ਜਾਂਦੇ ਹਨ, ਪਰ ਕੰਮ ਦੇ ਘੱਟ ਹੀ ਮਿਲਦੇ ਹਨ। ਅਸੀਂ ਕਿਸੇ ਲੜਕੇ ਨੂੰ ਪਸੰਦ ਕਰਕੇ ਧੀ ਦਾ ਵਿਆਹ ਕਰ ਦਈਏ, ਅਗਰ ਉਹ ਇਸ ਨੂੰ ਪਸੰਦ ਨਾ ਆਏ ਤਾਂ ਫਿਰ ਕੀ ਹੋਏਗਾ? ਜ਼ਿੰਦਗੀ ਇਸ ਦੀ ਹੈ, ਇਸ ਨੇ ਬਿਤਾਉਣੀ ਹੈ। ਜਿਹੜਾ ਇਸ ਨੂੰ ਚੰਗਾ ਲੱਗਦਾ ਹੈ, ਇਸ ਦੇ ਪਸੰਦ ਹੈ, ਉੱਥੇ ਵਿਆਹ ਕਰ ਦਿਆਂਗੇ ਅਸੀਂ। ਮਹਿਰਾ ਸਾਹਿਬ, ਅਸੀਂ ਖੱਤਰੀ ਹੁੰਦੇ ਹਾਂ। ਕਿੰਨੀ ਉੱਚੀ ਜ਼ਾਤ ਹੈ। ਖੱਪੇ ਵਿੱਚ ਵੜ ਗਈ ਜ਼ਾਤ। ਅਸੀਂ ਬੱਚੀ ਦੀ ਖੁਸ਼ੀ ਵੇਖਣੀ ਹੈ ਕਿ ਜ਼ਾਤ ਪਾਤ ਵੇਖਣੀ ਹੈ? ਹਿੰਦੂ ਸਿੱਖਾਂ ਵਿੱਚ ਕੋਈ ਫਰਕ ਨਹੀਂ। ਸਾਡੇ ਵਿੱਚ ਰੋਟੀ ਤੇ ਬੇਟੀ ਦੀ ਸਾਂਝ ਹੋ ਸਕਦੀ ਹੈ। ਮੇਰੇ ਕੋਲ ਅਰਸ਼ਪ੍ਰੀਤ ਕੰਮ ਕਰਦਾ ਹੈ, ਮੈਨੂੰ ਬਹੁਤ ਪਸੰਦ ਆ। ਅਗਰ ਦੀਪਤੀ ਨੇ ਉਸ ਨੂੰ ਪਸੰਦ ਨਾ ਕੀਤਾ ਹੁੰਦਾ ਤਾਂ ਵੀ ਮੈਂ ਅਰਸ਼ਪ੍ਰੀਤ ਨਾਲ ਵਿਆਹ ਕਰਨ ਲਈ ਇਸ ਨੂੰ ਸੁਝਾਅ ਦੇਣਾ ਸੀ। ਐਸਾ ਬੱਚਾ ਤੇ ਐਸਾ ਪਰਿਵਾਰ ਭਾਗਾਂ ਨਾਲ ਮਿਲਦੇ ਨੇ। ਮੈਂ ਪਹਿਲੀ ਫੁਰਸਤ ਵਿੱਚ ਅਰਸ਼ਪ੍ਰੀਤ ਨਾਲ ਗੱਲ ਕਰਾਂਗਾ। ਅਗਰ ਉਹ ਹਾਂ ਕਰਦਾ ਹੈ ਤਾਂ ਉਸਦੇ ਡੈਡੀ ਨਾਲ ਗੱਲ ਕਰਕੇ ਰਿਸ਼ਤਾ ਪੱਕਾ ਕਰਾਂਗਾ। ਮਹਿਰਾ ਸਾਹਿਬ ਨੇ ਗੁੱਸੇ ਵਿੱਚ ਆ ਕੇ ਕਿਹਾ ਅਤੇ ਆਪਣੇ ਆਫਿਸ ਨਿਕਲ ਗਏ। ਪਰ ਦੀਪਤੀ ਦੀ ਮਾਮਾ ਉਸ ਨਾਲ ਖਿੱਚਦੀ ਰਹੀ। ਤੁਸੀਂ ਪਿਓ ਧੀ ਨੇ ਇੱਜ਼ਤ ਮਿੱਟੀ ਵਿੱਚ ਮਿਲਾ ਦੇਣੀ ਆ। ਤੁਹਾਨੂੰ ਖਾਨਦਾਨ ਦੀ ਚਿੰਤਾ ਹੀ ਨਹੀਂ। ਮੈਂ ਆਪਣੇ ਭੈਣਾਂ ਭਰਾਵਾਂ ਤੇ ਭਾਬੀਆਂ ਨੂੰ ਕੀ ਮੂੰਹ ਵਿਖਾਵਾਂਗੀ? ਮੈਂ ਕਪੂਰ ਖਾਨਦਾਨ ਦੀ ਹਾਂ। ਸਾਰੇ ਸ਼ਹਿਰ ਵਿੱਚ ਮੰਨਿਆ ਪ੍ਰਮੰਨਿਆ ਖਾਨਦਾਨ ਹੈ। ਅੱਜ ਤੱਕ ਕਿਸੇ ਨੇ ਕਦੀ ਇਵੇਂ ਨਹੀਂ ਕੀਤਾ। ਮੰਮੀ, ਤੁਸੀਂ ਕਿਉਂ ਕਲਪਦੇ ਹੋ? ਤੁਹਾਡੇ ਤਾਏ ਜੀ ਦੇ ਵੱਡੇ ਲੜਕੇ ਨੇ ਸਿੱਖ ਲੜਕੀ ਨਾਲ ਵਿਆਹ ਨਹੀਂ ਕੀਤਾ? ਪ੍ਰੀਤ ਮਾਮੀ ਨਾਲ? ਉਹ ਤੇ ਲੜਕਾ ਹੈ ਨਾ। ਲੜਕਾ ਦੂਜੀ ਕੌਮ ਦੀ ਲੜਕੀ ਨਾਲ ਵਿਆਹ ਕਰ ਸਕਦਾ ਹੈ, ਫਿਰ ਲੜਕੀ ਕਿਉਂ ਨਹੀਂ? ਲੜਕੀ ਖਾਨਦਾਨ ਦੀ ਇੱਜ਼ਤ ਹੁੰਦੀ ਹੈ। ਮਾਮੀ ਵੀ ਤੇ ਕਿਸੇ ਖਾਨਦਾਨ ਦੀ ਇੱਜ਼ਤ ਸੀ। ਪਰ ਇਹ ਠੀਕ ਨਹੀਂ ਹੋ ਰਿਹਾ ਦੀਪਤੀ। ਇਸ ਵਿੱਚ ਬੁਰਾ ਵੀ ਕੀ ਹੈ ਮਾਮਾ ਜੀ? ਲੜਕਾ ਸੋਹਣਾ ਹੈ, ਪੜ੍ਹਿਆ ਲਿਖਿਆ ਹੈ, ਚੰਗਾ ਕੰਮ ਕਰਦਾ ਹੈ, ਵੇਖਿਆ ਭਾਲਿਆ ਹੈ, ਚੰਗੇ ਪਰਿਵਾਰ ਤੋਂ ਹੈ ਤੇ ਮੈਨੂੰ ਪਸੰਦ ਹੈ। ਜ਼ਿੰਦਗੀ ਤੇ ਮੈਂ ਗੁਜ਼ਾਰਨੀ ਹੈ, ਫਿਰ ਤੁਹਾਨੂੰ ਕਿਸ ਗੱਲ ਦੀ ਚਿੰਤਾ ਹੈ? ਮੰਮਾ ਨੂੰ ਕਾਫੀ ਚਿਰ ਦੀਪਤੀ ਸਮਝਾਉਂਦੀ ਰਹੀ ਤੇ ਅਰਸ਼ਪ੍ਰੀਤ ਦੇ ਨਾਲ ਰਿਸ਼ਤੇ ਲਈ ਮਾਂ ਨੂੰ ਰਾਜ਼ੀ ਕਰ ਲਿਆ। ਉੱਧਰ ਆਫਿਸ ਜਾ ਕੇ ਮਹਿਰਾ ਸਾਹਿਬ ਨੇ ਅਰਸ਼ਪ੍ਰੀਤ ਨੂੰ ਆਪਣੇ ਕਮਰੇ ਵਿੱਚ ਬੁਲਾਇਆ, ਸਾਹਮਣੇ ਕੁਰਸੀ ਤੇ ਬੈਠਣ ਲਈ ਕਿਹਾ ਤੇ ਪੁੱਛਿਆ, ਅਰਸ਼ਪ੍ਰੀਤ, ਤੈਨੂੰ ਦੀਪਤੀ ਪਸੰਦ ਹੈ?
ਅਰਸ਼ਪ੍ਰੀਤ ਨੂੰ ਜਾਪਿਆ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਵੇ। ਥੋੜ੍ਹਾ ਗਲਾ ਸਾਫ਼ ਕਰਦਿਆਂ ਉਸਨੇ ਕਿਹਾ, ਜੀ ਹਾਂ। ਤੁਹਾਡਾ ਵਿਆਹ ਕਰ ਦੇਈਏ? ਹਾਂ ਹਾਂ ਜੀ, ਅਗਰ ਤੁਸੀਂ ਚਾਹੋ ਤਾਂ ਮੈਂ ਤਿਆਰ ਹਾਂ। ਘਬਰਾ ਕੇ ਹਾਂ ਕਰ ਦਿੱਤੀ। ਤੇਰੇ ਡੈਡੀ ਨਾਲ ਗੱਲ ਤੋਰਾਂ? ਪਹਿਲਾਂ ਮੈਂ ਆਪ ਹੀ ਡੈਡੀ ਨਾਲ ਗੱਲ ਕਰਾਂਗਾ, ਫਿਰ ਮੈਂ ਤੁਹਾਡੀ ਦੋਨਾਂ ਦੀ ਗੱਲ ਕਰਵਾ ਦਿਆਂਗਾ। ਠੀਕ ਹੈ, ਮੇਰਾ ਸਾਹਿਬ ਬੋਲੇ। ਪਰ ਮੈਨੂੰ ਇੱਕ ਦੋ ਦਿਨ ਚਾਹੀਦੇ ਨੇ ਸਰ। ਕੋਈ ਗੱਲ ਨਹੀਂ, ਕਹਿ ਕੇ ਮਹਿਰਾ ਸਾਹਿਬ ਨੇ ਫੋਨ ਚੁੱਕ ਕੇ ਕਿਸੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਅਰਸ਼ਪ੍ਰੀਤ ਨੂੰ ਜਾਣ ਲਈ ਕਿਹਾ। ਅਰਸ਼ਪ੍ਰੀਤ ਮਹਿਰਾ ਸਾਹਿਬ ਦੀ ਗੱਲ ਸੁਣ ਕੇ ਬੜਾ ਹੈਰਾਨ ਸੀ। ਇਹ ਗੱਲ ਤੇ ਉਹ ਆਪ ਮਹਿਰਾ ਸਾਹਿਬ ਨਾਲ ਕਰਨੀ ਚਾਹੁੰਦਾ ਸੀ, ਪਰ ਮਹਿਰਾ ਸਾਹਿਬ ਨੇ ਆਪ ਗੱਲ ਤੋਰ ਦਿੱਤੀ। ਉਸਨੇ ਸੋਚਿਆ ਸ਼ਾਇਦ ਦੀਪਤੀ ਨੇ ਹੀ ਸ਼ਾਦੀ ਕਰਨ ਦਾ ਆਪਣਾ ਫੈਸਲਾ ਸੁਣਾ ਦਿੱਤਾ ਹੋਣਾ। ਸਭ ਨੂੰ ਪਤਾ ਹੈ ਕਿ ਜ਼ਿੱਦੀ ਸੁਭਾਅ ਦੀ ਹੈ, ਜੋ ਕਹਿੰਦੀ ਹੈ ਕਰਕੇ ਰਹਿੰਦੀ ਹੈ। ਇਸੇ ਲਈ ਮਹਿਰਾ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਹੋਣੀ ਹੈ। ਸ਼ਾਮ ਨੂੰ ਅਰਸ਼ਪ੍ਰੀਤ ਡੈਡੀ ਦੇ ਕਮਰੇ ਵਿੱਚ ਗਿਆ। ਉਹ ਕੋਈ ਮੋਟੀ ਜਿਹੀ ਕਿਤਾਬ ਪੜ੍ਹ ਰਹੇ ਸਨ। ਖਾਣੇ ਤੋਂ ਬਾਅਦ ਉਸਨੇ ਡੈਡੀ ਨੂੰ ਕਿਹਾ, ਤੁਹਾਡੇ ਨਾਲ ਗੱਲ ਕਰਨੀ ਹੈ ਡੈਡੀ ਜੀ। ਦੱਸੋ, ਡੈਡੀ ਨੇ ਪੁੱਛਿਆ। ਡੈਡੀ ਜੀ, ਮੈਂ ਸ਼ਾਦੀ ਕਰਨੀ ਚਾਹੁੰਦਾ ਹਾਂ। ਠੀਕ ਹੈ, ਮੈਂ ਦੀਪਤੀ ਨਾਲ ਸ਼ਾਦੀ ਕਰਨੀ ਚਾਹੁੰਦਾ ਹਾਂ। ਮੈਂ ਉਸ ਨੂੰ ਚਾਹੁੰਦਾ ਹਾਂ, ਉਸ ਦੇ ਨਾਲ ਪਿਆਰ ਕਰਦਾ ਹਾਂ। ਅਰਸ਼ਪ੍ਰੀਤ ਬੇਟੇ, ਇੱਕ ਪਿਆਰ ਹੁੰਦਾ ਹੈ ਤੇ ਦੂਸਰੀ ਚਾਹਤ ਹੁੰਦੀ ਹੈ। ਚਾਹਤ ਦੀ ਉਮਰ ਬਹੁਤ ਛੋਟੀ ਹੁੰਦੀ ਹੈ। ਚਾਹਤ ਕਿਸੇ ਇੱਕ ਵਾਸਤੇ ਵੀ ਹੋ ਸਕਦੀ ਹੈ ਤੇ ਜ਼ਿਆਦਾ ਵਾਸਤੇ ਵੀ। ਕਿਸੇ ਵੇਲੇ ਕੋਈ ਚੰਗਾ ਲੱਗਣ ਲੱਗ ਪਵੇ, ਉਸ ਵਾਸਤੇ ਚਾਹਤ ਹੋ ਜਾਂਦੀ ਹੈ। ਕਿਸੇ ਮਨੁੱਖ ਵਾਸਤੇ ਵੀ ਚਾਹਤ ਹੋ ਸਕਦੀ ਹੈ, ਕਿਸੇ ਵਸਤੂ ਵਾਸਤੇ ਵੀ। ਕੱਲ ਉਸ ਤੋਂ ਚੰਗੀ ਵਸਤੂ ਮਿਲ ਜਾਏ ਤੇ ਚਾਹਤ ਉਸ ਵਾਸਤੇ ਵੀ ਹੋ ਜਾਂਦੀ ਹੈ। ਕਦੀ ਕਦੀ ਉਹ ਚਾਹਤ ਵੀ ਪਿਆਰ ਲੱਗਦੀ ਹੈ, ਪਰ ਵਾਸਤਵ ਵਿੱਚ ਉਹ ਪਿਆਰ ਨਹੀਂ ਹੁੰਦਾ। ਗੁਰਸੇਵਕ ਨੇ ਇੱਕ ਸਮਝਦਾਰ ਪਿਤਾ ਹੁੰਦਿਆਂ ਬੇਟੇ ਨਾਲ ਗੱਲ ਕੀਤੀ। ਮੈਂ ਦੀਪਤੀ ਨੂੰ ਦਿਲੋਂ ਚਾਹੁੰਦਾ ਹਾਂ ਡੈਡੀ ਜੀ। ਉਹ ਵੀ ਇਸੇ ਜਨੂੰਨ ਨਾਲ ਤੈਨੂੰ ਚਾਹੁੰਦੀ ਹੈ? ਜੀ ਹਾਂ। ਕਿਸ ਤਰ੍ਹਾਂ ਤੂੰ ਜਾਣਦਾ ਹੈ? ਉਹ ਦਿਲ ਤੋਂ, ਆਪਣੇ ਮਨ ਤੋਂ ਮੈਨੂੰ ਪਿਆਰ ਕਰਦੀ ਹੈ। ਬੇਟੇ, ਸਾਡੇ ਤੇ ਉਸ ਦੇ ਪਰਿਵਾਰ ਦੇ ਸੰਸਕਾਰ ਵੱਖਰੇ ਹੋ ਸਕਦੇ ਹਨ। ਉਹ ਇਕੱਲੀ ਧੀ ਹੈ ਮਾਤਾ ਪਿਤਾ ਦੀ। ਉਸ ਦਾ ਸੁਭਾਅ ਵੀ ਵੱਖਰਾ ਹੋਵੇਗਾ। ਬਹੁਤ ਲਾਡ ਪਿਆਰ ਨਾਲ ਪਲੀ ਹੋਵੇਗੀ, ਜ਼ਿੱਦੀ ਵੀ ਹੋਵੇਗੀ। ਪਰ ਡੈਡੀ ਜੀ, ਅਗਰ ਕੋਈ ਕਿਸੇ ਨਾਲ ਦਿਲੋਂ ਪਿਆਰ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਆਪਣੇ ਪ੍ਰੇਮੀ ਦੇ ਰੰਗ ਢੰਗ ਵਿੱਚ ਢਾਲ ਲੈਂਦਾ ਹੈ। ਸਾਰੇ ਨਹੀਂ ਢਾਲ ਸਕਦੇ ਮੇਰੇ ਬੱਚੇ। ਇਹ ਪ੍ਰੇਮ ਚਾਹਤ ਤੋਂ ਪੈਦਾ ਹੁੰਦਾ ਹੈ। ਕਿਸੇ ਦਾ ਸਮਾਜਿਕ ਦਰਜਾ, ਕਿਸੇ ਦਾ ਸੁਹੱਪਣ, ਕਿਸੇ ਦੀ ਸ਼ਰਾਫਤ ਜਾਂ ਕਿਸੇ ਦਾ ਵਰਤਾਵ ਚੰਗਾ ਲੱਗਦਾ ਹੈ ਕਿਸੇ ਨੂੰ ਚਾਹੁਣ ਲਈ। ਡੈਡੀ ਬੋਲੇ। ਪਰ ਮੈਨੂੰ ਦੀਪਤੀ ਦੀ ਇਹੋ ਜਿਹੀ ਕਿਸੇ ਚੀਜ਼ ਨੇ ਆਕਰਸ਼ਿਤ ਨਹੀਂ ਕੀਤਾ। ਮੈਂ ਉਸਨੂੰ ਸਹਿਪਾਠੀਆਂ ਵਾਂਗੂ ਹੀ ਸਮਝਦਾ ਰਿਹਾ। ਇਹ ਉਸਨੇ ਪਹਿਲ ਕੀਤੀ ਦੋਸਤੀ ਕਰਨ ਦੀ। ਸਰਦਾਰ ਹੁੰਦਿਆਂ ਵੀ ਮੇਰੇ ਵੱਲ ਹੀ ਆਕਰਸ਼ਿਤ ਹੋਈ ਤੇ ਹੌਲੀ ਹੌਲੀ ਉਹ ਆਕਰਸ਼ਣ ਪਿਆਰ ਵਿੱਚ ਬਦਲ ਗਿਆ ਤੇ ਮੈਨੂੰ ਵੀ ਚੰਗੀ ਲੱਗਣ ਲੱਗ ਪਈ। ਅਰਸ਼ਪ੍ਰੀਤ, ਮੈਨੂੰ ਕੋਈ ਇਤਰਾਜ਼ ਨਹੀਂ। ਤੇਰੀ ਪਸੰਦ ਮੇਰੀ ਪਸੰਦ ਹੈ। ਤੈਨੂੰ ਉਹ ਪਿਆਰ ਕਰਦੀ ਹੈ, ਤੂੰ ਉਸਨੂੰ ਪਿਆਰ ਕਰਦਾ ਹੈ, ਇਹ ਵੀ ਬਹੁਤ ਠੀਕ ਹੈ। ਜਦ ਤੱਕ ਲੜਕੀ ਪ੍ਰੇਮਿਕਾ ਹੁੰਦੀ ਹੈ, ਉਸ ਦੀ ਸੋਚ ਵੱਖਰੀ ਹੁੰਦੀ ਹੈ। ਪ੍ਰੇਮ ਨੂੰ ਪਾਉਣ ਵਾਸਤੇ ਕੁਝ ਵੀ ਕਰ ਸਕਦੀ ਹੈ, ਪਰ ਜਦੋਂ ਵਿਆਹੀ ਜਾਂਦੀ ਹੈ ਉਸ ਦੀ ਸੋਚ ਬਦਲ ਜਾਂਦੀ ਹੈ। ਪ੍ਰੇਮ ਤੋਂ ਉਸ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ। ਉਹ ਚਾਹੁੰਦੀ ਹੈ ਕਿ ਪ੍ਰੇਮੀ ਉਸ ਲਈ ਅਸਮਾਨ ਤੋਂ ਤਾਰੇ ਤੋੜ ਕੇ ਲਿਆਵੇ ਤੇ ਉਸ ਦੇ ਕਦਮਾਂ ਤੇ ਵਿਛਾਵੇ, ਉਸ ਦੀ ਹਰ ਮੰਗ ਪੂਰੀ ਕਰੇ। ਜਿਵੇਂ ਉਹ ਚਾਹੁੰਦੀ ਹੈ ਪ੍ਰੇਮੀ ਉਂਝ ਹੀ ਕਰੇ। ਪਰ ਜਦੋਂ ਉਹ ਪਤਨੀ ਬਣਦੀ ਹੈ, ਸਭ ਕੁਝ ਬਦਲ ਜਾਂਦਾ ਹੈ। ਪ੍ਰੇਮੀ ਪਤੀ ਬਣ ਜਾਂਦਾ ਹੈ ਤੇ ਮਰਦ ਦੀ ਮਰਦਾਨਗੀ ਉਸ ਵਿੱਚ ਆ ਜਾਂਦੀ ਹੈ। ਉਹ ਅਧਿਕਾਰਵਾਦੀ ਬਣ ਜਾਂਦਾ ਹੈ। ਜਿੱਥੇ ਉਸ ਦੀ ਪਤਨੀ ਉਸ ਨੂੰ ਪ੍ਰੇਮੀ ਵਾਂਗੂ ਜਾਣਦੀ ਹੈ, ਉੱਥੇ ਜਦੋਂ ਉਸ ਦਾ ਪ੍ਰੇਮੀ ਪਤੀ ਬਣ ਜਾਂਦਾ ਹੈ ਤਾਂ ਉਸ ਵਿੱਚ ਇਹ ਬਦਲਾਵ ਆ ਜਾਂਦਾ ਹੈ।
ਜਿਹੜਾ ਪ੍ਰੇਮਿਕਾ ਦੀ ਸੋਚ ਦੇ ਅਨੁਰੂਪ ਨਹੀਂ ਹੁੰਦਾ। ਆਸਾਂ 'ਤੇ ਪਾਣੀ ਫਿਰ ਜਾਂਦਾ ਹੈ। ਬਹੁਤ ਸਾਰੀਆਂ ਲੜਕੀਆਂ ਇਸ ਬਦਲੇ ਹੋਏ ਸੁਭਾਅ ਵਿੱਚ ਆਪਣੇ ਆਪ ਨੂੰ ਢਾਲ ਲੈਂਦੀਆਂ ਨੇ, ਪਰ ਕਈ ਨਹੀਂ ਢਾਲ ਸਕਦੀਆਂ। ਉਹ ਸਦਾ ਪਤੀ ਨੂੰ ਪ੍ਰੇਮੀ ਹੀ ਬਣਿਆ ਵੇਖਣਾ ਚਾਹੁੰਦੀਆਂ ਨੇ ਅਤੇ ਕਿੰਨੇ ਸਾਰੇ ਐਸੇ ਰਿਸ਼ਤੇ ਤਲਾਕ ਦੀ ਚੌਖਟ 'ਤੇ ਪਹੁੰਚ ਜਾਂਦੇ ਨੇ। ਗੱਲ ਤਾਂ ਤੁਹਾਡੇ ਡੈਡੀ ਜੀ ਬਿਲਕੁਲ ਠੀਕ ਆ, ਇਵੇਂ ਹੁੰਦਾ ਹੋਵੇਗਾ, ਪਰ ਸਾਡੇ ਮਸਲੇ ਵਿੱਚ ਇਵੇਂ ਨਹੀਂ ਹੋਵੇਗਾ। ਮੈਂ ਜਿਵੇਂ ਦੀਪਤੀ ਨੂੰ ਰੱਖਾਂਗਾ ਉਹ ਉਂਝ ਹੀ ਰਹੇਗੀ। ਵੇਖ ਅਰਸ਼ਪ੍ਰੀਤ, ਮੈਂ ਵੀ ਚਾਹੁੰਦਾ ਹਾਂ ਕਿ ਜਿਸ ਲੜਕੀ ਨੂੰ ਤੂੰ ਪਿਆਰ ਕਰਦਾ ਹੈ, ਜਿਸ ਨਾਲ ਤੇਰਾ ਚੰਗਾ ਤਾਲਮੇਲ ਹੈ, ਉਹੀ ਤੇਰੀ ਜੀਵਨ ਸਾਥਣ ਬਣੇ। ਹਾਂ ਡੈਡੀ ਜੀ, ਮੈਂ ਵੀ ਇਹੋ ਚਾਹੁੰਦਾ ਹਾਂ। ਕਿ ਉਸਦੇ ਮਾਂ ਪਿਓ ਮੰਨਣਗੇ? ਹਾਂ ਜੀ, ਮਹਿਰਾ ਸਾਹਿਬ ਨੇ ਅੱਜ ਆਪੇ ਹੀ ਇਸ ਬਾਰੇ ਮੇਰੇ ਨਾਲ ਗੱਲ ਕੀਤੀ ਆ। ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਉਹਨਾਂ ਨੂੰ ਸਾਡੇ ਸਿੱਖ ਹੋਣ 'ਤੇ ਇਤਰਾਜ਼ ਨਹੀਂ। ਹਾਂ ਜੀ, ਦੀਪਤੀ ਵੀ ਮੈਨੂੰ ਬਹੁਤ ਚਾਹੁੰਦੀ ਹੈ, ਪਿਆਰ ਕਰਦੀ ਹੈ। ਉਸਨੇ ਹੀ ਆਪਣਾ ਫੈਸਲਾ ਸੁਣਾਇਆ ਹੋਵੇਗਾ। ਵੈਸੇ ਵੀ ਮਹਿਰਾ ਸਾਹਿਬ ਮੈਨੂੰ ਬਹੁਤ ਚਾਹੁੰਦੇ ਹਨ, ਪੁੱਤਰ ਵਾਂਗੂ ਸਮਝਦੇ ਹਨ। ਚੰਗਾ ਹੈ, ਉਹਨਾਂ ਨੇ ਤੈਨੂੰ ਪੁੱਤਰ ਬਣਾਉਣ ਦਾ ਫੈਸਲਾ ਕਰ ਲਿਆ ਹੈ, ਪਰ ਆਪਣੀ ਮੰਮੀ ਨੂੰ ਪੁੱਛ ਲਾ, ਉਹਨਾਂ ਨੇ ਵੀ ਦੀਪਤੀ ਨਾਲ ਉਮਰ ਕੱਟਣੀ ਹੈ। ਕੀ ਉਸ ਨੂੰ ਪ੍ਰਵਾਨ ਕਰ ਲਵੇਗੀ? ਤੁਸੀਂ ਉਹਨਾਂ ਨਾਲ ਗੱਲ ਕਰੋ। ਮੇਰੀ ਗੱਲ ਉਸ ਦੀ ਸਮਝ ਵਿੱਚ ਨਹੀਂ ਆਉਂਦੀ, ਇਸ 'ਤੇ ਵੀ ਉਸ ਨੂੰ ਇਤਰਾਜ਼ ਹੋਵੇਗਾ। ਚੰਗਾ ਰਹੇਗਾ ਕਿ ਤੂੰ ਆਪੇ ਹੀ ਗੱਲ ਕਰ ਲੈ। ਠੀਕ ਹੈ ਡੈਡੀ ਜੀ, ਕਹਿ ਕੇ ਚਲਾ ਗਿਆ। ਮੰਮੀ ਲੌਬੀ ਵਿੱਚ ਬੈਠੀ ਟੀਵੀ ਵੇਖ ਰਹੀ ਸੀ। ਉਸਨੇ ਸੋਚਿਆ ਗੱਲ ਕਰ ਲਵਾਂ, ਫਿਰ ਆਪੇ ਹੀ ਆਪਣੇ ਆਪ ਨੂੰ ਸਮਝਾਇਆ ਕਿ ਸਵੇਰੇ ਗੱਲ ਕਰਾਂਗਾ। ਰਾਤ ਨੂੰ ਕੋਈ ਕਲੇਸ਼ ਹੋ ਗਿਆ ਤਾਂ ਸਾਰੀ ਰਾਤ ਨੀਂਦ ਹੀ ਨਹੀਂ ਪੈਣੀ ਤੇ ਆਪਣੇ ਕਮਰੇ ਵਿੱਚ ਚਲਾ ਗਿਆ। ਅਰਸ਼ਪ੍ਰੀਤ ਰਾਤ ਸੋਚਦਾ ਰਿਹਾ ਕਿ ਕਿਵੇਂ ਦੀਪਤੀ ਇਸ ਘਰ ਵਿੱਚ ਰਹੇਗੀ, ਕਿਵੇਂ ਨਿਭਾਏਗੀ, ਕਿਵੇਂ ਮੰਮੀ ਉਸ ਦੇ ਨਾਲ ਵਰਤਣਗੇ। ਉਸ ਨੂੰ ਬੰਨ੍ਹ ਕੇ ਤੇ ਨਹੀਂ ਰੱਖਿਆ ਜਾ ਸਕਦਾ। ਉਹ ਕਦੀ ਵੀ ਕਾਰ ਲੈ ਕੇ ਨਿਕਲ ਜਾਏਗੀ ਤੇ ਇਹੋ ਜਿਹੀਆਂ ਹੋਰ ਗੱਲਾਂ ਸੋਚਦਿਆਂ ਨੀਂਦ ਪੈ ਗਈ। ਸਵੇਰੇ ਜਦੋਂ ਨਾਸ਼ਤੇ ਦੀ ਟੇਬਲ 'ਤੇ ਬੈਠੇ ਤਾਂ ਗੁਰਸੇਵਕ ਨੇ ਗੱਲ ਚਲਾਈ। ਹਾਂ ਬੇਟੇ, ਮੰਮਾ ਨਾਲ ਗੱਲ ਹੋ ਗਈ? ਨਹੀਂ ਡੈਡੀ। ਕਿਹੜੀ ਗੱਲ? ਆਨੰਦੀ ਨੇ ਪੁੱਛਿਆ। ਅਰਸ਼ਪ੍ਰੀਤ ਵਿਆਹ ਕਰਵਾਉਣਾ ਚਾਹੁੰਦਾ ਹੈ। ਕਿਸ ਨਾਲ? ਆਨੰਦੀ ਨੇ ਘੂਰ ਕੇ ਅਰਸ਼ਪ੍ਰੀਤ ਵੱਲ ਵੇਖਿਆ। ਮੇਰੀ ਕਾਲਜ ਦੀ ਦੋਸਤ ਹੈ ਦੀਪਤੀ। ਤੂੰ ਵੀ ਪਿਓ ਵਾਂਗੂ ਯਾਰੀਆਂ ਪਾਉਣ ਦਾ ਸ਼ੌਕੀਨ ਹੈ। ਮਾਮਾ, ਤੁਹਾਨੂੰ ਕੀ ਹੋ ਗਿਆ? ਹਰ ਗੱਲ ਪੁੱਠੀ ਹੀ ਕਰਦੇ ਹੋ। ਠੀਕ ਹੀ ਤੇ ਕਹਿੰਦੀ ਆ, ਤੇਰੇ ਡੈਡੀ ਨੇ ਵੀ ਪਤਾ ਨਹੀਂ ਕਿੰਨੀਆਂ ਪਿੱਛੇ ਲਾਈਆਂ ਹੋਈਆਂ ਨੇ। ਜਦੋਂ ਵੇਖੋ ਇਸ ਖਸਮਾਂ ਖਾਣੇ ਮੋਬਾਈਲ ਨਾਲ ਚਿੰਬੜੇ ਰਹਿੰਦੇ ਨੇ, ਪਤਾ ਨਹੀਂ ਕਿਸ ਕਿਸ ਨੂੰ ਮੈਸੇਜ ਕਰਦੇ ਰਹਿੰਦੇ ਨੇ। ਇਹ ਕੋਈ ਗੱਲ ਨਹੀਂ ਮੰਮੀ, ਤੁਸੀਂ ਇਸ ਗੱਲ ਨੂੰ ਛੱਡੋ। ਜਿਹੜੀ ਮੈਂ ਗੱਲ ਕਰ ਰਿਹਾ ਉਸ ਦਾ ਜਵਾਬ ਦਿਓ। ਹਾਂ, ਤੂੰ ਕੀ ਨਾਂ ਲਿਆ ਹੈ ਕੁੜੀ ਦਾ? ਦੀਪਤੀ? ਹਾਂ, ਦੀਪਤੀ ਕੌਰ ਕਿਹੋ ਜਿਹਾ ਨਾਂ ਹੈ? ਪੂਰਾ ਨਾਂ ਕੀ ਹੈ? ਪੂਰਾ ਨਾਂ ਹੀ ਦੀਪਤੀ ਹੈ। ਦੀਪਤੀ ਮਹਿਰਾ। ਮੋਨਿਆਂ ਦੀ ਕੁੜੀ? ਹਾਂ, ਮੇਰੇ ਬੌਸ ਦੀ ਬੇਟੀ ਹੈ। ਤੂੰ ਹੁਣ ਦੂਜੇ ਧਰਮ ਦੀ ਕੁੜੀ ਨਾਲ ਵਿਆਹ ਕਰੇਗਾ? ਮੰਮੀ, ਇਹ ਗੱਲਾਂ ਛੱਡੋ ਧਰਮ ਧੁਰਮ ਦੀਆਂ। ਮੈਂ ਉਸ ਦੇ ਨਾਲ ਪਿਆਰ ਕਰਦਾ ਹਾਂ, ਉਹ ਮੇਰੇ ਨਾਲ ਪਿਆਰ ਕਰਦੀ ਹੈ, ਬਸ। ਠੀਕ ਹੈ, ਤੇਰੇ ਡੈਡੀ ਰਾਜ਼ੀ ਨੇ ਤੇ ਮੈਂ ਕੌਣ ਹੁੰਦੀ ਹਾਂ? ਤੁਸੀਂ ਮੇਰੀ ਮਾਂ ਹੋ। ਮੈਂ ਤੁਹਾਡੇ ਲਈ ਨੂੰਹ ਲਿਆਉਣੀ ਹੈ। ਤੁਸੀਂ ਉਸ ਨੂੰ ਆਪਣੀ ਧੀ ਵਾਂਗੂ ਰੱਖਣਾ ਹੈ, ਉਸ ਦੇ ਨਾਲ ਪਿਆਰ ਕਰਨਾ ਹੈ, ਉਸ ਨੂੰ ਚਾਹਣਾ ਹੈ। ਠੀਕ ਹੈ, ਜਿਵੇਂ ਉਹ ਰਹੇਗੀ ਮੈਂ ਵੀ ਰਹਿ ਲਵਾਂਗੀ। ਫਿਰ ਗੱਲ ਪੱਕੀ ਕਰੀਏ? ਅਰਸ਼ ਨੇ ਪੁੱਛਿਆ। ਆਪਣੇ ਡੈਡੀ ਨੂੰ ਅੱਗੇ ਕਰ, ਆਪੇ ਗੱਲ ਕਰ ਲੈਣਗੇ। ਕਹਿੰਦੇ ਕਹਿੰਦੇ ਇੱਕ ਹੋਰ ਪਰੌਂਠਾ ਅਰਸ਼ ਦੀ ਪਲੇਟ ਵਿੱਚ ਪਾ ਦਿੱਤਾ। ਨਾਸ਼ਤਾ ਕਰਕੇ ਉਹ ਦਫ਼ਤਰ ਨਿਕਲ ਗਿਆ। ਜਾਣ ਲੱਗਿਆ ਡੈਡੀ ਨੂੰ ਕਹਿ ਗਿਆ ਕਿ ਵਕਤ ਕੱਢ ਕੇ ਮਹਿਰਾ ਸਾਹਿਬ ਨੂੰ ਮਿਲ ਲੈਣਾ। ਠੀਕ ਹੈ ਪੁੱਤਰ, 1-2 ਦਿਨ ਠਹਿਰ ਜਾ। ਜ਼ਿਆਦਾ ਕਾਹਲੀ ਵੀ ਅਗਲੇ ਨੂੰ ਨਹੀਂ ਵਿਖਾਉਣੀ ਚਾਹੀਦੀ। ਮੈਨੂੰ ਵੀ ਕੁਝ ਸੋਚ ਲੈਣ ਦੇ। ਜ਼ਿੰਦਗੀ ਭਰ ਵਾਸਤੇ ਇਹ ਰਿਸ਼ਤੇ ਜੋੜਨੇ ਹੁੰਦੇ ਹਨ। ਵਿਚਾਰ ਕਰਨਾ ਤੇ ਬਣਦਾ ਹੈ। ਆਪਣੇ ਤਰੀਕੇ ਨਾਲ ਮੈਨੂੰ ਤੇਰੀ ਮੰਮੀ ਨਾਲ ਗੱਲ ਕਰ ਲੈਣ ਦੇ। ਇੰਨੇ ਵੱਡੇ ਪਰਿਵਾਰ ਦੀ ਲੜਕੀ ਨੂੰ ਘਰ ਲਿਆਉਣਾ ਹੈ। ਕੋਈ ਘਰ ਦੇ ਤੌਰ ਤਰੀਕੇ ਵਿੱਚ ਵੀ ਬਦਲਾਵ ਹੋਣਾ ਚਾਹੀਦਾ ਹੈ। ਸਾਰੀ ਗੱਲ ਕਰਕੇ ਮਹਿਰਾ ਸਾਹਿਬ ਨੂੰ ਮਿਲਾਂਗਾ, ਤੂੰ ਚਿੰਤਾ ਨਾ ਕਰ।
मैं जानता हाँ कि मेरे बेटे ने ਜਿਹੜਾ फैसला किया है ਉਹ सोच समझ के ही किया है। जिस ਨੂੰ प्यार करिए ਉਹ ही जीवन भर नाल रहे, इस ਤੋਂ ਵਧੀਆ ਹੋਰ ਕੀ ਹੋ ਸਕਦਾ है। ਇਹ ਤੇ तेरी स्पष्टता है कि तू खुल के गल कर सकता है। डैडी ਤੁਹਾਡੀ भी तो दरिया दिली है कि तुसी गल सुन सकते हो ते हामी भर सकते हो बच्चों की खुशी लई। ठीक है बेटे, तू चल, मैं वक्त कट के तेरी मम्मी नाल गल करांगा। ते अर्शदीप ऑफिस निकल गया। दोपहर बाद उस सेवक ने पत्नी नाल गल छेड़ी। आनंदी, तू अर्शदीप के फैसले नाल दिलों सहमत है ना? तुहानू चंगा लग्या तां मैं की कह सकती हाँ, मेरी इत्थे सुनदा भी कौन है। तेरी मर्जी बिना ते पत्ता भी नहीं हिलता इस घर विच। कदी प्यार नाल गल करन दा तुहानू वेल ही नहीं मिलता। की गल करां, किस नाल गल करां? तू हर गल दा गलत मतलब कढदी है। तेरे अंदर इन्ना जहर भरिया है, ना मुक्कण ते आउंदा है ते ना सुक्कण ते आउंदा है। मेरे जिउंदे जी ये जहर मुक नहीं सकता सरदार जी। तैनू कितनी बारी समझाया है कि तू शक करना छड्ड दे, वहम करना छड्ड दे। किवें छड्डां? तुसी की कुछ नहीं कीता। कोई जनानी तुहाडे संपर्क विच आ जाए, तुसी उसनू छड्डदे ही नहीं, उसनू आसमान ते चढ़ा दिंदे हो, उसदा शोषण करदे हो। फिर वो बेचारी अपने पति जोगी भी नहीं रहिंदी। पता नहीं किहड़ा जादू तुहाडे कोल, किहड़ा मिकनातीस है तुहाडे कोल। इस मिकनातीस ने तैनू तो प्रभावित नहीं किया। मैं भी प्रभावित हुई सां। मेरे मन में भी तुहाडे लई अथाह प्यार सी, तुहानू दिलों जान तो चाहुंदी सां। अपने आप नू तुहाडी बनना अपनी खुशकिस्मती समझदी सां। पर जिवें वक्त गुजरदा गया, तुहाडे चेहरे तो मखौटा उतरदा गया, तुहाडी असलीयत सामने आउंदी गई ते पता लगदा गया कि तुहाडा अहुदा, तुहाडी विशेषता किवें औरतां नू प्रभावित करदी है ते तुसी इसदा नजायज़ फायदा उठाउंदे रहे हो। गुस्सेवक नू जापिया जिवें सीज़ फायर खत्म हो गया होवे। मैं कदी कोई नाजायज़ काम नहीं कीता किसे नाल भी। मैं तैनू लख वारी समझाया है कि मेरा किसी औरत नाल कदी भी गलत रिश्ता नहीं रहा। कितनी बारी कसमां खा चुका हाँ, फिर भी तू विश्वास नहीं करती। जो मैं अखी वेख्या है उसनू किवें अणदेखी कर सकदी हाँ। अज तक मैं तुहानू ये गल नहीं दसी। तुहानू याद है तुसी मेरे ताए दी लड़की प्रीतो दे ब्याह ते गए सी? हाँ, बहुत पुरानी गल है, मैनू कुछ नहीं याद। इन्ना याद है कि ब्याह तो पहले दिन उसने मैनू कहा सी कि अगर मैनू पता हुंदा कि तुसी इन्ने सोहणे हो तो मैं तुहाडे नाल ब्याह करदी। आनंदी नू कदी भी तुहाडी पत्नी ना बनन दिंदी। हाँ, तुसी मैनू ये दस्सिया सी, पर यह नहीं दस्सिया सी कि जनेत आउण तो पहले कलीरे पा के तैयार हो के वो तुहाडे कमरे विच आई सी जदों तुसी बीमार हो गए सी। तुहानू लेटे नू ही उसने तुहाडे बुल्लां नू चुम लिया सी। मैं उसका पिछा करती आई सी ते उसकी यह हरकत वेख के मैं दरवाजे तो ही परत गई सां। मैं जानदी सां कि तुहानू बहुत बुखार आ, तुसी जनेत वेले बाहर नहीं आ सकते, तुसी उठ ही नहीं सकते सी। पर मैं हैरान हो गई कि तुसी वरमाला पाउण वेले उसे कुर्ते पजामे में बाहर आ गए सी। मैनू पता ही नहीं लगा सी कि तुहाडा उस नाल प्रेम संबंध कदों हो गया सी। अज तक भी मैं उस दृश्य नू भुल नहीं सकती। मेरी भैन नू तुसी कदों ते किवें फसा लिया सी? आनंदी दे मन विच हाली भी गुस्सा सी। भावें इस घटना नू होया 32 साल हो गए सन ते उसने पहले कदी इसका जिक्र नहीं सी कीता, पर उसके मन मस्तक विच ये घटना मौजूद सी, ताज़ी दी ताज़ी। पर इस विच मेरा की कसूर सी? गुरसेवक ने कहा। उसने ब्याह के जोड़े विच हुंदियां इहो जी हरकत की ते उसनू कारण पुछना सी। मैं ते कुछ नहीं कीता सी, की पता तुसी किवें उस ते जादू कीता सी। मैं ते अपना फर्ज समझ के जनेत ते टुका ते चला गया सा, क्योंकि सानू विशेष तौर ते सद्दिया सी उन्हां ने। उसदी खिच तुहानू उत्थे लै गई सी। सच कहो ना,
ਹੁਣ ਮੈਨੂੰ ਸਮਝ ਆਇਆ ਹੈ ਕਿ ਤੂੰ ਕਿਉਂ ਨਫ਼ਰਤ ਕਰਦੀ ਹੈ ਮੇਰੇ ਨਾਲ। ਉਸ ਘਟਨਾ ਨੇ ਤੇਰੇ ਮਨ ਦੀ ਤਖਤੀ 'ਤੇ ਇਹ ਅੱਖਰ ਉਕੇਰ ਦਿੱਤੇ ਹਨ ਕਿ ਮੈਂ ਦੋਸ਼ੀ ਹਾਂ। ਫਿਰ ਜਦੋਂ ਤੂੰ ਕਿਸੇ ਤੀਵੀਂ ਨਾਲ ਮੈਨੂੰ ਗੱਲ ਕਰਦੇ ਵੇਖਿਆ, ਉਹੀ ਘਟਨਾ ਤੈਨੂੰ ਯਾਦ ਆ ਜਾਂਦੀ ਰਹੀ ਤੇ ਤੇਰੇ ਸ਼ੱਕ ਦੇ ਘੇਰੇ ਨੂੰ ਹੋਰ ਵਧਾਉਂਦੀ ਰਹੀ। ਤੂੰ ਮੇਰੇ ਬਾਰੇ ਗਲਤ ਸੋਚਦੀ ਰਹੀ ਹੈ। ਅਚਾਨਕ ਉਸਨੇ ਆ ਕੇ ਇੰਜ ਮੇਰੇ ਬੁੱਲਾਂ ਨੂੰ ਚੁੰਮਿਆ। ਪਤਾ ਨਹੀਂ ਕੀ ਧਾਰਨਾ ਸੀ ਉਸ ਦੇ ਮਨ ਵਿੱਚ, ਪਤਾ ਨਹੀਂ ਕੀ ਚਾਹੁੰਦੀ ਸੀ ਉਹ, ਪਰ ਇਸ ਘਟਨਾ ਨੇ ਮੇਰੇ ਜੀਵਨ ਵਿੱਚ ਕੰਡੇ ਬੀਜ ਦਿੱਤੇ। ਸਾਰੇ ਦੁਨਿਆਵੀ ਸੁੱਖ ਹੋਣ ਦੇ ਬਾਵਜੂਦ ਮੈਂ ਵਫਾ ਦਾ ਪਾਤਰ ਨਹੀਂ ਬਣ ਸਕਿਆ। ਇਹ ਮੇਰੀ ਬਦਕਿਸਮਤੀ ਹੈ ਆਨੰਦੀ। ਹੁਣ ਸਮਝ ਸਕੇ ਹੋ ਤੁਸੀਂ ਮੇਰੇ ਅੰਦਰ ਦੇ ਰਿਸ ਦੇ ਜ਼ਖਮਾਂ ਨੂੰ। ਉਸ ਘਟਨਾ ਨੇ ਮੇਰੇ ਮਨ ਵਿੱਚ ਤੁਹਾਡੇ ਲਈ ਸਾਰਾ ਪਿਆਰ ਤੇ ਸਤਿਕਾਰ ਖਤਮ ਕਰ ਦਿੱਤਾ। ਆਨੰਦੀ ਨੂੰ ਅਫਸੋਸ ਸੀ ਕਿ ਤੂੰ ਆਪਣੀ ਭੈਣ ਨੂੰ ਇਸ ਹਰਕਤ ਬਾਰੇ ਕਦੀ ਪੁੱਛਿਆ ਵੀ ਨਹੀਂ। ਕੀ ਪੁੱਛਣਾ ਸੀ? ਮੈਂ ਸਾਰੇ ਰਿਸ਼ਤੇ ਉਸ ਨਾਲ ਖਤਮ ਕਰ ਦਿੱਤੇ, ਕਦੀ ਉਸ ਦੀ ਖਬਰ ਤੱਕ ਨਹੀਂ ਲਈ। ਕਦੀ ਕੋਈ ਉਸ ਦੇ ਦੁੱਖ ਸੁੱਖ ਬਾਰੇ ਕੋਈ ਦੱਸ ਦਿੰਦਾ ਹੈ ਤਾਂ ਸਿਰਫ ਸੁਣ ਲੈਂਦੀ ਹਾਂ। ਤੈਨੂੰ ਉਸ ਘਟਨਾ ਨੂੰ ਭੁੱਲ ਜਾਣਾ ਚਾਹੀਦਾ ਹੈ। ਮੈਨੂੰ ਤੇ ਯਾਦ ਵੀ ਨਹੀਂ। ਤੂੰ ਇਸ ਦਰਦ ਨੂੰ ਲੈ ਕੇ ਸਾਰੀ ਉਮਰ ਕੁੜਦੀ ਰਹੀ ਹੈ, ਆਪਣੇ ਘਰ ਪਰਿਵਾਰ ਨੂੰ ਨਰਕ ਬਣਾ ਦਿੱਤਾ। ਇਹ ਤੇ ਮੇਰੀ ਕੋਸ਼ਿਸ਼ ਹੀ ਰਹੀ ਹੈ ਕਿ ਬੱਚਿਆਂ ਨੂੰ ਚੰਗੀ ਪੜ੍ਹਾਈ ਲਿਖਾਈ ਤੇ ਸੰਸਕਾਰ ਦੇਣ ਬਾਰੇ ਸੋਚਦਾ ਰਿਹਾ, ਵਕਤ ਤੇ ਉਹਨਾਂ ਨੂੰ ਜ਼ਿੰਦਗੀ ਬਾਰੇ ਸਮਝਾਉਂਦਾ ਰਿਹਾ। ਖੈਰ, ਜੋ ਹੋ ਗਿਆ ਹੈ ਉਸ ਨੂੰ ਭੁੱਲ ਜਾ, ਮੈਂ ਤੇਰਾ ਦੋਸ਼ੀ ਨਹੀਂ ਹਾਂ, ਕਹਿ ਕੇ ਗੁਰਸੇਵਕ ਨੇ ਉਸ ਦੇ ਮੋਢੇ 'ਤੇ ਹੱਥ ਰੱਖਿਆ, ਉਸ ਦੇ ਮੱਥੇ ਨੂੰ ਚੁੰਮਿਆ ਤੇ ਫਿਰ ਗਲਵੱਕੜੀ ਵਿੱਚ ਲੈ ਲਿਆ। ਉਸ ਨੂੰ ਬਹੁਤ ਅਫਸੋਸ ਸੀ ਕਿ ਇੱਕ ਘਟਨਾ ਨੇ ਦੁਰਘਟਨਾ ਬਣ ਕੇ ਉਹਨਾਂ ਦੇ ਜੀਵਨ ਨੂੰ ਅਪਾਹਜ ਕਰ ਦਿੱਤਾ। ਦੂਜੇ ਦਿਨ ਜਦੋਂ ਗੁਰਸੇਵਕ ਬੇਟੇ ਦੇ ਵਿਆਹ ਦੀ ਗੱਲ ਕਰਨ ਘਰੋਂ ਨਿਕਲਣ ਲੱਗਾ ਤਾਂ ਆਨੰਦੀ ਨੇ ਪੁੱਛਿਆ, ਕੀ ਉਹ ਕੁੜੀ ਵੀ ਚਾਰਟਰਡ ਅਕਾਊਂਟੈਂਟ ਹੈ? ਨਹੀਂ, ਉਸਨੇ ਵਕਾਲਤ ਦੀ ਪੜ੍ਹਾਈ ਕੀਤੀ ਹੈ। ਵਕੀਲ ਹੈ? ਹਾਂ। ਇਹ ਤਾਂ ਤੁਸੀਂ ਹੋਰ ਸਿਆਪਾ ਪਾਉਣ ਲੱਗੇ ਹੋ। ਕਿਉਂ, ਕੀ ਗੱਲ ਹੈ? ਸਾਰਾ ਦਿਨ ਘਰ ਕਚਹਿਰੀ ਬਣਿਆ ਰਹੇਗਾ, ਪਤਾ ਨਹੀਂ ਕੀ ਕੀ ਕਾਨੂੰਨ ਘਰ ਵਿੱਚ ਲਗਾਏਗੀ। ਨਹੀਂ ਬਾਬਾ ਨਹੀਂ, ਇਹ ਕੰਮ ਨਾ ਕਰੋ, ਉਸਨੇ ਹੱਥ ਕਣੀਆਂ ਪਵਾ ਦੇਣੀਆਂ ਜੇ ਅਗਰ ਕੋਈ ਉੱਚੀ ਨੀਵੀਂ ਗੱਲ ਹੋ ਗਈ। ਕੀ ਬੋਲੀ ਜਾਂਦੀ ਹੈ? ਪੜ੍ਹੀ ਲਿਖੀ ਲੜਕੀ ਹੈ, ਚੰਗੇ ਪਰਿਵਾਰ ਦੀ ਹੈ, ਅਸੀਂ ਚੰਗੀ ਤਰ੍ਹਾਂ ਉਸ ਦੇ ਨਾਲ ਵਰਤਾਵ ਕਰਾਂਗੇ, ਉਹ ਵੀ ਚੰਗੀ ਤਰ੍ਹਾਂ ਰਹੇਗੀ। ਤੂੰ ਆਪਣੀ ਜ਼ੁਬਾਨ 'ਤੇ ਕਾਬੂ ਰੱਖਣਾ, ਬਾਕੀ ਕੋਈ ਮਸਲਾ ਨਹੀਂ। ਉਸਨੇ ਅਦਾਲਤ ਚਲੇ ਜਾਇਆ ਕਰਨਾ ਹੈ ਤੇ ਸ਼ਾਮ ਤੱਕ ਕਿਤੇ ਵਾਪਸ ਆਇਆ ਕਰੇਗੀ। ਉਸ ਨਾਲ ਪਿਆਰ ਨਾਲ ਪੇਸ਼ ਆਉਣਾ ਹੈ। ਉਹ ਹੁਣ ਤੇਰੀ ਬੇਟੀ ਹੋਵੇਗੀ। ਜਿਵੇਂ ਤੂੰ ਆਪਣੀ ਧੀ ਨਾਲ ਪਿਆਰ ਕਰਦੀ ਹੈ, ਉਸ ਦੀ ਹਰ ਗੱਲ ਸੁਣ ਲੈਂਦੀ ਹੈ, ਉਸ ਦਾ ਗੁੱਸਾ ਵੀ ਸਹਿ ਲੈਂਦੀ ਹੈ। ਬਸ ਇਹੀ ਨਜ਼ਰੀਆ ਰੱਖਣਾ ਹੈ, ਫਿਰ ਸਭ ਠੀਕ ਹੋ ਜਾਵੇਗਾ। ਬਾਕੀ ਆਪਣੇ ਬੱਚੇ ਦੀ ਖੁਸ਼ੀ ਦਾ ਵੀ ਤੇ ਸੋਚਣਾ ਹੈ। ਸਮਝਾ ਕੇ ਗੁਰਸੇਵਕ ਸਿੰਘ ਮਹਿਰਾ ਸਾਹਿਬ ਨੂੰ ਉਹਨਾਂ ਦੇ ਦਫ਼ਤਰ ਮਿਲਣ ਚਲਾ ਗਿਆ।